ਨਾਨਕ ਬੋਲੇ ਬੁਲਾਇਆ ਤੇਰਾ। ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਮ। ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਣਨਾ ਗੁਰ ਨਾਮ। ਸਤਿਗੁਰ ਸੇਤੀ ਰਤਿਆਂ ਦਰਗਹਿ ਪਾਈਐ ਠਾਉ। ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਕਤ ਵੇਲੇ ਤੋਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਆਪਣੇ ਜੀਵਨ ਨੂੰ ਸਫਲ ਬਣਾ ਰਹੇ ਹੋ। ਸ੍ਰੀ ਆਸਾ ਕੀ ਵਾਰ ਦੇ ਕੀਰਤਨ ਹੋਏ ਹਨ। ਸ੍ਰੀ ਚੌਪਈ ਸਾਹਿਬ ਜੀ ਦੇ ਜਾਪ ਹੋਏ ਹਨ। ਉਪਰੰਤ ਗੁਰਬਾਣੀ ਦੀ ਜੋ ਲੜੀਵਾਰ ਕਥਾ ਵਿਚਾਰ ਇਸ ਪਾਵਨ ਸਥਾਨ ਤੇ ਚੱਲ ਰਹੀ ਹੈ ਤੇ ਇਹਦੇ ਤਹਿਤ ਗੁਜਰੀ ਰਾਗ ਦੀ ਦੂਸਰੀ ਵਾਰ ਆਰੰਭ ਹੋ ਰਹੀ ਹੈ। ਪਹਿਲੀ ਵਾਰ ਗੁਰੂ ਅਮਰਦਾਸ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਹੈ। ਦੂਸਰੀ ਵਾਰ ਗੁਰੂ ਬਖਸ਼ਿਸ਼ ਕਰ ਰਹੇ ਹਨ। ਸਤਿਗੁਰੂ ਜੀ ਦੀ ਪਾਵਨ ਅੰਮ੍ਰਿਤ ਬਾਣੀ ਦੀ ਕਥਾ ਵਿਚਾਰ ਨਾਲ ਸਾਂਝ ਪਾਈਏ। ਗੁਰੂ ਚਰਨਾਂ ਦੇ ਵਿੱਚ ਹਾਜ਼ਰੀ ਲਵਾਓ। ਇੱਕ ਦਫਾ ਪਿਆਰ ਸਹਿਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਗ ਗੁਜਰੀ ਮਹੱਲਾ ਪੰਜਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਜਰੀ ਰਾਗ ਦੀ ਵਾਰ ਔਰ ਇਸ ਵਾਰ ਦੇ ਕਰਤਾ ਹਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਮੰਗਲਾਚਰਨ ਕੀਤਾ ਹੈ ਉਸ ਮਾਲਕ ਵਾਹਿਗੁਰੂ ਦਾ। ਵਾਹਿਗੁਰੂ ਇੱਕੋ ਹੈ, ਉਸੇ ਤੋਂ ਸਾਰਾ ਸੰਸਾਰ ਹੈ। ਸਤਿਗੁਰੂ ਦੀ ਬਖਸ਼ਿਸ਼ ਨਾਲ ਵਾਹਿਗੁਰੂ ਦਾ ਮਿਲਾਪ ਹੁੰਦਾ ਹੈ। ਸ਼ਲੋਕ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਜੀ ਫਰਮਾਨ ਕਰ ਰਹੇ ਨੇ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਮ। ਜਗਿਆਸੂ ਸਵਾਲ ਕਰਦਾ ਹੈ ਕਿ ਪਾਤਸ਼ਾਹ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਪਰ ਸਾਨੂੰ ਕੁਝ ਪ੍ਰਾਪਤੀ ਦਿਖਾਈ ਨਹੀਂ ਦਿੰਦੀ। ਤਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੋ ਤਰ੍ਹਾਂ ਦਾ ਜਿਸ ਨੂੰ ਸਤਿਗੁਰੂ ਬਾਣੀ ਵਿੱਚ ਇਸ ਤਰ੍ਹਾਂ ਵੀ ਆਖਦੇ ਨੇ ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ। ਇੱਕ ਤਾਂ ਉਹਦੇ ਵਿੱਚ ਧਿਆਨ ਨਹੀਂ ਹੈ, ਦੂਸਰਾ ਉਹ ਆਪਣੇ ਜੀਵਨ ਦੇ ਵਿੱਚ ਧਾਰਨ ਨਹੀਂ ਕੀਤਾ। ਤੇ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ ਨਹੀਂ ਹਰ ਹਰ ਭੀਜੈ ਰਾਮ ਰਾਜੇ। ਤੇ ਇਸੇ ਤਰ੍ਹਾਂ ਇਹ ਵੀ ਬਚਨ ਆਖੇ ਨੇ ਬਾਣੀ ਦੇ ਵਿੱਚ। ਕਿਆ ਪੜ੍ਹੀਐ ਕਿਆ ਗੁਣੀਐ ਕਿਆ ਵੇਦ ਪੁਰਾਨਾ ਸੁਣੀਐ। ਪੜ੍ਹੇ ਸੁਣੇ ਕਿਆ ਹੋਈ ਜੋ ਸਹਿਜ ਨ ਮਿਲੇ ਸੋਈ। ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੇ ਬਾਰੰਬਾਰਾ। ਵੀ ਇਹ ਬਾਹਰਲੇ ਕਰਮ ਤੂੰ ਕਰੀ ਜਾ ਰਿਹਾ ਹੈ, ਇਹਨਾਂ ਨੂੰ ਨਾ ਤਾਂ ਵਿਚਾਰਿਆ ਤੇ ਨਾ ਆਪਣੇ ਜੀਵਨ ਵਿੱਚ ਧਾਰਨ ਕੀਤਾ ਹੈ। ਬੇਧਿਆਨਾ ਹੋ ਕੇ ਕਰ ਰਿਹਾ ਹੈ ਔਰ ਜੀਵਨ ਵਿੱਚ ਧਾਰਨ ਨਹੀਂ ਕਰ ਰਿਹਾ। ਇਸੇ ਕਰਕੇ ਕੁਝ ਪ੍ਰਾਪਤੀ ਨਹੀਂ ਹੈ। ਮਹਾਰਾਜ ਤੁਸੀਂ ਦੱਸੋ। ਫਿਰ ਪਾਤਸ਼ਾਹ ਕਹਿੰਦੇ ਫਿਰ ਦੂਸਰਾ ਤਰੀਕਾ ਇਹ ਹੈ ਕਿ ਕਿਵੇਂ ਬਾਣੀ ਨੂੰ ਪੜ੍ਹਨਾ ਹੈ, ਨਾਮ ਨੂੰ ਕਿਵੇਂ ਰੱਧਣਾ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਮ। ਅੰਤਰ ਹਿਰਦੇ ਦੇ ਵਿੱਚ ਗੁਰੂ ਨੂੰ ਆਰਾਧਨਾ ਹੈ। ਭਾਵ ਸ਼ਬਦ ਨੂੰ, ਇੱਥੇ ਗੁਰ ਦਾ ਭਾਵ ਹੈ ਸ਼ਬਦ ਨੂੰ ਆਰਾਧਨਾ ਹੈ। ਅੰਦਰ ਹਿਰਦੇ ਵਿੱਚ ਸ਼ਬਦ ਕਿਵੇਂ ਜਾਵੇਗਾ? ਜਦੋਂ ਆਪਾਂ ਜਪਾਂਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਤੇ ਜਦੋਂ ਇਹ ਅਭਿਆਸ ਕਰਾਂਗੇ ਧਿਆਨ ਦੇ ਨਾਲ, ਵੀ ਜੋ ਬੋਲ ਰਹੇ ਹਾਂ ਉਹਦੇ ਤੇ ਧਿਆਨ ਲਗਾ ਕੇ ਰੱਖਣਾ ਵੀ ਕੀ ਪੜ੍ਹ ਰਹੇ ਹਾਂ। ਕਈ ਵਾਰ ਆਪ ਸੰਗਤਾਂ ਦੇ ਅਭਿਆਸ ਵਿੱਚ ਵੀ ਆਇਆ ਹੋਵੇਗਾ, ਜਦੋਂ ਆਪਾਂ ਜਪਜੀ ਸਾਹਿਬ ਜੀ ਮੁੰਦਾ ਸੰਤੋਖ ਸ਼ਰਮ ਪਦ ਝੋਲੀ ਧਿਆਨ ਕੀ ਕਰੇ ਬਭੂਤ, ਗੱਲ ਮਹਾਰਾਜ ਕਹਿੰਦੇ ਸਾਰੀ ਧਿਆਨ ਦੀ ਹੈ, ਪਰ ਰਸਨਾ ਨਾਲ ਵੀ ਜਪਣਾ ਹੈ। ਅੰਤਰ ਗੁਰ ਆਰਾਧਨਾ, ਅੰਦਰੋਂ ਪ੍ਰੇਮ ਨਾਲ ਜਿੰਨਾ ਸਮਾਂ ਬਾਣੀ ਪੜ੍ਹਨੀ ਹੈ ਅੰਦਰੋਂ ਜੋੜ ਕੇ ਪੜ੍ਹੀਏ। ਇਹ ਨਹੀਂ ਵੀ ਫਾਰਮੈਲਿਟੀ ਵੀ ਪੂਰੀ ਕਰਨੀ ਆਪਾਂ। ਇਹ ਸਾਡੇ ਵਾਸਤੇ ਖਾਸ ਕਰਕੇ ਹੈ, ਜਿੰਨੇ ਅਸੀਂ ਪਾਠੀ ਕਥਾ ਕੀਰਤਨ ਕਰਨ ਵਾਲੇ ਸਾਰਿਆਂ ਵਾਸਤੇ, ਕਿ ਜੇਕਰ ਧਿਆਨ ਨਾਲ ਪੜ੍ਹਾਂਗੇ, ਸੁਣਾਂਗੇ, ਵਿਚਾਰਾਂਗੇ ਤੇ ਸਾਨੂੰ ਵੀ ਇਹਦਾ ਲਾਭ ਹੈ, ਤੇ ਜਿਸਦਾ ਸਾਨੂੰ ਲਾਭ ਹੈ ਉਹਦਾ ਸਰੋਤਿਆਂ ਨੂੰ ਵੀ ਲਾਭ ਹੁੰਦਾ। ਫਿਰ ਤੋ ਮਹਾਰਾਜ ਕਹਿੰਦੇ ਅੰਤਰ ਗੁਰ ਆਰਾਧਨਾ, ਜੇ ਵਾ ਜਪ ਗੁਰ ਨਾਉ। ਅੰਦਰੋਂ ਜੁੜ ਕੇ ਵੀ ਆਪਾਂ ਇਹ ਨਾ ਸੋਚੀਏ ਵੀ ਚਲੋ ਹੁਣ ਡਿਊਟੀ ਹੈ ਤੇ ਕਰਨਾ ਹੀ ਹੈ। ਅੰਦਰੋਂ ਲਗਾਵ ਨਾਲ, ਪਿਆਰ ਨਾਲ ਔਰ ਜੀਵਾ ਦੇ ਨਾਲ ਗੁਰੂ ਗੁਰੂ ਜਪਣਾ ਹੈ, ਭਾਵ ਸ਼ਬਦ ਦਾ ਅਭਿਆਸ ਕਰਨਾ ਹੈ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਆਪਣਾ ਸਾਰਾ ਸਾਡਾ ਧਿਆਨ ਮਹਾਰਾਜ ਕਹਿੰਦੇ ਉਸ ਸਮੇਂ ਸ਼ਬਦ ਤੇ ਹੀ ਹੋਵੇ। ਇਹਨਾਂ ਅੱਖਾਂ ਨਾਲ ਸ਼ਬਦ ਨੂੰ ਦੇਖਣਾ ਹੈ, ਗੁਰੂ ਦੇ ਦਰਸ਼ਨ ਕਰਨੇ ਨੇ, ਔਰ ਕੰਨਾਂ ਨਾਲ ਸੁਣਨਾ ਹੈ। ਇਹਨਾਂ ਵਿੱਚੋਂ ਇੱਕ ਵੀ ਮਿਸ ਹੋ ਗਿਆ ਤੇ ਸਾਨੂੰ ਪ੍ਰਾਪਤੀ ਨਹੀਂ ਹੈ। ਸਾਰੇ ਇੰਦਰੇ ਪੂਰਾ ਧਿਆਨ ਦੇ ਨਾਲ ਇਸ ਕਾਰਜ ਨੂੰ ਕਰਨ, ਸ਼ਬਦ ਦੇ ਅਭਿਆਸ ਨੂੰ ਕਰਨ। ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਫਿਰ ਕੀ ਹੋਵੇਗਾ? ਇਸ ਤਰ੍ਹਾਂ ਮਹਾਰਾਜ ਕਹਿੰਦੇ ਸਤਿਗੁਰ ਸੇਤੀ ਰਤਿਆ, ਦਰਗਹਿ ਪਾਈਐ ਠਾਓ। ਸਤਿਗੁਰੂ ਨਾਲ ਜੁੜ ਜਾਵੋਗੇ। ਸਦੀਵੀ ਸੱਚ ਹੈ ਪਰਮਾਤਮਾ ਦਾ ਨਾਮ, ਵਾਹਿਗੁਰੂ ਦਾ ਨਾਮ, ਬਾਣੀ, ਗੁਰੂ। ਜਦੋਂ ਮਨੁੱਖ ਧਿਆਨ ਨਾਲ ਚੱਲਦਾ ਹੈ ਤੇ ਜੁੜ ਜਾਂਦਾ ਹੈ। ਜੁੜੇ ਹੋਏ ਨੂੰ ਕੀ ਪ੍ਰਾਪਤੀ ਹੈ? ਦਰਗਹਿ ਪਾਈਐ ਠਾਉ। ਦਰਗਾਹ ਦੇ ਵਿੱਚ ਥਾਂ ਮਿਲ ਜਾਂਦੀ ਹੈ। ਜੀਵਦੇ ਜੀ ਆਤਮਾ ਨੂੰ ਪਰਮਾਤਮਾ ਦੇ ਘਰ ਦੀ ਪ੍ਰਾਪਤੀ ਹੋ ਜਾਂਦੀ ਹੈ। ਭਾਵ ਆਤਮਾ ਆਵਾਗਮਨ ਵਿੱਚੋਂ ਨਿਕਲ ਜਾਂਦੀ ਹੈ। ਆਤਮਾ ਅਸਲੀ ਆਨੰਦ ਸਰੂਪ ਪਰਮਾਤਮਾ ਦੇ ਵਿੱਚ ਜੁੜ ਕੇ ਜੀਵਨ ਨੂੰ ਜੀਵਦੀ ਹੈ। ਇਸ ਦੇਹੀ ਦੇ ਵਿੱਚ ਰਹਿ ਕੇ, ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਹੀ ਆਤਮਾ ਨੂੰ ਆਪਣਾ ਟਿਕਾਣਾ ਲੱਭ ਜਾਂਦਾ ਹੈ। ਤੇ ਜੇਕਰ ਨਾਮ ਨਾ ਜਪਿਆ ਇਸ ਵਿਧੀ ਨਾਲ, ਆਤਮਾ ਹੁਣ ਇਸ ਸਰੀਰ ਵਿੱਚ ਹੈ, ਫਿਰ ਇੱਥੋਂ ਅੱਗੇ ਹੋਰ ਸਰੀਰ ਵਿੱਚ ਚਲੀ ਜਾਵੇਗੀ, ਭਟਕਦੀ ਰਹੇਗੀ, ਖਵਾਰ ਹੁੰਦੀ ਰਹੇਗੀ। ਬਹੁਤ ਜਨਮ ਭਰਮਤ ਤੈ ਹਾਰਿਓ। ਮਹਾਰਾਜ ਕਹਿੰਦੇ ਬੜੇ ਜਨਮ ਹੋ ਗਏ ਨੇ। ਆਪਾਂ ਵੇਖਦੇ ਹਾਂ ਕਈ ਮਨੁੱਖਾਂ ਦਾ ਸੁਭਾਅ ਬੜਿਆ ਖਿਝਿਆ ਹੁੰਦਾ ਹੈ। ਕਿਉਂ? ਕਾਰਨ, ਉਹਦਾ ਕਾਰਨ ਇਹੀ ਹੈ ਥੱਕ ਚੁੱਕੇ ਨੇ, ਅੱਕ ਚੁੱਕੇ ਨੇ, ਤੇ ਸੁਭਾਅ ਵਿੱਚ ਖਜਾ ਆ ਜਾਂਦਾ ਹੈ। ਕੋਈ ਹਾਸੀ, ਕੋਈ ਖੇੜਾ, ਕੋਈ ਆਨੰਦ ਨਹੀਂ। ਉਹਦਾ ਕਾਰਨ ਇਹੀ ਹੈ, ਇਹ ਆਤਮਾ ਪਤਾ ਨਹੀਂ ਕਿੰਨਾ ਕੁ ਖਵਾਰ ਹੋ ਕੇ ਆਈ ਹੈ। ਹੁਣ ਇਹਦੇ ਕੋਲ ਕੋਈ ਖੁਸ਼ੀ ਖੇੜਾ ਨਹੀਂ, ਤੇ ਆਤਮਾ ਖਿਝੀ ਹੋਈ। ਉਹ ਉਸੇ ਤਰ੍ਹਾਂ ਮਨੁੱਖ ਦਾ ਉਹੀ ਸੁਭਾਅ, ਉਹ ਆਤਮਾ ਹੀ ਅੰਦਰ ਹੈ। ਤਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਜਦੋਂ ਇਸ ਤਰ੍ਹਾਂ ਸ਼ਬਦ ਦਾ ਅਭਿਆਸ ਕਰੋਗੇ ਨਾ ਧਿਆਨ ਦੇ ਨਾਲ ਔਰ ਲਗਾਵ ਦੇ ਨਾਲ, ਆਪਾਂ ਹੋਰ ਸਾਰੇ ਕੰਮ ਲਗਾਵ ਨਾਲ ਕਰਦੇ ਹਾਂ। ਜਿਹੜਾ ਸਾਡਾ ਨਾਮ ਜਪਣ ਦਾ, ਬਾਣੀ ਪੜ੍ਹਨ ਦਾ ਕਾਰਜ ਹੈ, ਇਹ ਸਾਡਾ ਧਿਆਨ ਨਹੀਂ ਹੁੰਦਾ। ਅਕਸਰ ਮਨ ਕਿਤੇ ਹੁੰਦਾ ਹੈ, ਸਰੀਰ ਕਿਰਿਆ ਕਰੀ ਜਾਂਦਾ ਹੈ। ਔਰ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਧਰਮ ਦੀ ਦੁਨੀਆ ਵਿੱਚ ਬਹੁਤੇ ਲੋਕ ਫੇਲ ਹੋ ਜਾਂਦੇ ਨੇ, ਕਿਉਂਕਿ ਧਿਆਨ ਤਾਂ ਹੁੰਦਾ ਨਹੀਂ ਉਹਦੇ ਵਿੱਚ, ਸਰੀਰ ਕਿਰਿਆ ਕਰੀ ਜਾਂਦਾ ਹੈ।
ਤੋ ਪਾਤਸ਼ਾਹ ਜੀ ਫਰਮਾਨ ਕਰਦੇ ਨੇ, ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ। ਉਹ ਵਾਹਿਗੁਰੂ ਨਿਰੰਕਾਰ ਆਪ ਕਿਰਪਾ ਕਰਕੇ ਉਹਨੂੰ ਆਪਣੇ ਨਾਮ ਦੀ ਅਮੋਲਕ ਵਸਤੂ ਦੇ ਦਿੰਦਾ ਹੈ। ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵਥ ਦੇ, ਇਹ ਵਸਤੂ ਦਿੰਦਾ ਹੈ, ਕਿਰਪਾ ਕਰਦਾ ਹੈ। ਜਿਹੜਾ ਉਹਦੇ ਯੋਗ ਹੋ ਜਾਂਦਾ ਉਹਦੀ ਕਿਰਪਾ ਲੈਣ ਦੇ। ਕਿਰਪਾ ਉਸੇ ਨੇ ਕਰਨੀ ਹੈ ਜਿਵੇਂ ਇਸ ਚੀਜ਼ ਨੂੰ ਆਪਾਂ ਸਮਝ ਲਈਏ ਵੀ ਕਿਵੇਂ ਹੈ। ਜਿਵੇਂ ਆਪਾਂ ਇਸ ਮੁਲਕ ਵਿੱਚ ਰਹਿੰਦੇ ਹਾਂ, ਇਸ ਮੁਲਕ ਦੀ ਜਿਹੜੀ ਹਕੂਮਤ ਹੈ, ਸਰਕਾਰ ਹੈ, ਉਹਦੇ ਕਈ ਮਹਿਕਮੇ ਹਨ, ਫੌਜ ਦੇ, ਪੁਲਿਸ ਦੇ, ਔਰ ਬੈਂਕਾਂ ਦੇ, ਸਕੂਲਾਂ ਕਾਲਜਾਂ ਦੇ, ਖੇਤੀਬਾੜੀ ਦੇ ਕਈ ਮਹਿਕਮੇ ਨੇ। ਉਹਦੇ ਵਿੱਚ ਕਈ ਤਰ੍ਹਾਂ ਦੇ ਅਫਸਰ ਕੰਮ ਕਰਦੇ ਨੇ। ਜਿਹੜਾ ਵੀ ਮਨੁੱਖ ਪੜ੍ਹ ਕੇ ਬੱਚਾ ਉਹਦੇ ਯੋਗ ਹੋ ਜਾਂਦਾ ਹੈ, ਉਹ ਸਰਕਾਰ ਵੱਲੋਂ ਮਿਲਣੀ ਨੌਕਰੀ ਤਾਂ ਸਰਕਾਰ ਨਹੀਂ ਦੇਣੀ ਹੈ। ਨੌਕਰੀ ਸਰਕਾਰ ਨਹੀਂ ਦੇਣੀ, ਕੋਈ ਦੂਜੇ ਮੁਲਕ ਦੀ ਨੌਕਰੀ ਸਰਕਾਰ ਨਹੀਂ ਦੇਵੇਗੀ, ਸਰਕਾਰ ਨੇ ਨੌਕਰੀ ਦੇਣੀ ਹੈ। ਪਰ ਉਹ ਦੇਖਣਗੇ ਨੇ ਪੜ੍ਹਾਈ ਕਿਸ ਤਰ੍ਹਾਂ ਦੀ ਕੀਤੀ ਹੈ। ਪੜ੍ਹਾਈ ਕੀਤੀ ਹੈ ਤੇ ਫਿਰ ਨੌਕਰੀ ਮਿਲ ਜਾਂਦੀ, ਜੇ ਕੀਤੀ ਹੀ ਨਹੀਂ ਸਰਕਾਰ ਨੌਕਰੀ ਨਹੀਂ ਦਿੰਦੀ। ਭਾਵੇਂ ਉਹ ਆਖੇ ਮੈਂ ਤੁਹਾਡੇ ਮੁਲਕ ਦਾ ਹੀ ਹਾਂ, ਮੈਨੂੰ ਇੱਕ ਅੱਖਰ ਵੀ ਨਹੀਂ ਆਉਂਦਾ, ਮੈਨੂੰ ਵੀ ਨੌਕਰੀ ਦੇਵੋ। ਉਹ ਕਹਿਣਗੇ ਨਹੀਂ ਤੂੰ ਇਹਦੇ ਯੋਗ ਨਹੀਂ ਹੈ, ਇਹ ਪਦਵੀ ਤੇਰੇ ਯੋਗ ਨਹੀਂ, ਤੂੰ ਇਹਦੇ ਯੋਗ ਨਹੀਂ ਹੈ, ਤੂੰ ਇਹਨੂੰ ਸੰਭਾਲ ਨਹੀਂ ਸਕੇਂਗਾ। ਕਿਰਪਾ ਉਸ ਵਾਹਿਗੁਰੂ ਨੇ ਹੀ ਕਰਨੀ ਹੈ। ਭਾਵੇਂ ਆਪਾਂ ਸਾਰੇ ਜੀਵ ਰੱਬ ਦੇ ਹਾਂ, ਪਰ ਜਿਹੜਾ ਆਪਣੇ ਆਪ ਨੂੰ ਯੋਗ ਕਰ ਲੈਂਦਾ ਹੈ, ਭਾਵ ਸੰਗਤ ਕਰਦਾ ਹੈ, ਬਾਣੀ ਪੜ੍ਹਦਾ ਹੈ ਧਿਆਨ ਦੇ ਨਾਲ, ਇਹ ਵੀ ਪੜ੍ਹਾਈ ਹੈ ਇਕਾਤਮਕ। ਤੇ ਜਦੋਂ ਇਹ ਮਨੁੱਖ ਬਸ ਆਪਣੀ ਪੜ੍ਹਾਈ 'ਤੇ ਧਿਆਨ ਦੇਈਏ ਆਪਾਂ, ਪਰ ਸਾਡਾ ਧਿਆਨ ਹੁੰਦਾ ਹੈ ਵੀ ਲੰਗਰ ਦਾ, ਗੁਰਦੁਆਰੇ ਵੱਲ, ਹੋਰ ਕੰਮਾਂ ਵੱਲ ਧਿਆਨ ਹੁੰਦਾ ਹੈ। ਤੇ ਇਸ ਕਰਕੇ ਆਪਣੀ ਕਿੰਨੀ ਉਮਰ ਹੋ ਗਈ ਹੈ, ਆਪਾਂ ਨੂੰ ਕੋਈ ਅੰਦਰ ਦੀ ਪ੍ਰਾਪਤੀ ਦਿਖਾਈ ਨਹੀਂ ਦਿੰਦੀ। ਜੇਕਰ ਧਿਆਨ ਦੇ ਨਾਲ ਆਪਾਂ ਬਾਣੀ ਪੜ੍ਹੀ ਹੁੰਦੀ, ਸੁਣੀ ਹੁੰਦੀ, ਵਿਚਾਰੀ ਹੁੰਦੀ, ਤੇ ਅੰਦਰ ਕੋਈ ਰਸ ਬਣਦਾ, ਕੋਈ ਖੇੜਾ ਬਣਦਾ। ਸਰਕਾਰ ਨੇ, ਸੱਚੀ ਸਰਕਾਰ ਵਾਹਿਗੁਰੂ ਨੇ ਤਾਂ ਪਦਵੀ ਦੇਣ ਨੂੰ ਤਿਆਰ ਬੈਠੀ ਹੈ। ਸਰਕਾਰ ਦੀਆਂ ਵੈਕੈਂਸੀਆਂ ਨਿਕਲਦੀਆਂ ਰਹਿੰਦੀਆਂ ਨੇ। ਕੋਈ ਬੱਚਾ ਪੜ੍ਹ ਕੇ ਉਹਦੇ ਯੋਗ ਬਣ ਜਾਵੇ, ਸਰਕਾਰ ਤਾਂ ਨੌਕਰੀ ਦਿੰਦੀ ਹੈ। ਚਲੋ ਇਸ ਮੁਲਕ ਦਾ ਕੁਝ ਮਾੜਾ ਹਾਲ ਹੈ, ਹੋਰ ਮੁਲਕਾਂ ਦੇ ਅੰਦਰ ਦੇਖੋ ਤੁਸੀਂ ਕਿੰਨੀ ਤਰੱਕੀ ਹੈ ਵੀ ਉੱਥੇ ਕੋਈ ਬੱਚਾ ਲਾਇਕ ਹੋਵੇ ਸਹੀ, ਉਹ ਦੂਜੇ ਮੁਲਕਾਂ ਦੇ ਬੱਚੇ ਨੂੰ ਖਿੱਚ ਲੈਂਦੇ ਨੇ ਵੀ ਬੱਚਾ ਲਾਇਕ ਹੈ, ਉਹਨੂੰ ਸਾਰੀਆਂ ਸਹੂਲਤਾਂ ਦੇਣਗੇ, ਸਾਰਾ ਕੁਝ ਕਰਨਗੇ। ਪਰ ਉਸ ਬੱਚੇ ਨੇ ਪੜ੍ਹਾਈ ਕੀਤੀ ਹੁੰਦੀ, ਬੜੀ ਮਿਹਨਤ ਕੀਤੀ ਹੁੰਦੀ, ਹਰ ਇੱਕ ਨੂੰ ਨਹੀਂ ਉਹ ਐਵੇਂ ਸਤਿਕਾਰ ਦਿੰਦੇ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਕੋਈ ਗੁਰੂ ਦਾ ਬਚਨ ਮੰਨ ਕੇ ਆਪਣੇ ਸਰੀਰ ਦੇ ਸਾਰੇ ਇੰਦਰੀਆਂ ਨੂੰ ਭਾਵ ਪੂਰਨ ਤੌਰ 'ਤੇ ਨਾਲ ਜੁੜ ਕੇ ਬਾਣੀ ਪੜ੍ਹਦਾ ਹੈ, ਨਾਮ ਜਪਦਾ ਹੈ, ਤਾਂ ਵਾਹਿਗੁਰੂ ਕਿਰਪਾ ਕਰਕੇ ਇਹਨੂੰ ਆਤਮਕ ਰਸ ਦੀ, ਆਨੰਦ ਦੀ ਅਵਸਥਾ ਬਖਸ਼ਿਸ਼ ਦਿੰਦਾ ਹੈ। ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕਈ ਕੇ, ਸੰਸਾਰ ਦੇ ਵਿੱਚ ਵਿਰਲੇ ਹਨ। ਕਿਉਂਕਿ ਜਦੋਂ ਚੁਣਿਆ ਜਾਂਦਾ ਹੈ ਨਾ, ਦੇਖੋ ਸਰਕਾਰ ਜਦੋਂ ਅਫਸਰ ਵੱਡੇ ਰੱਖਣੇ ਹੁੰਦੇ ਨੇ, ਕਈ ਸੈਂਕੜੇ ਬੱਚੇ ਜਿਹੜੇ ਨੇ, ਉਹ ਹਜ਼ਾਰਾਂ ਦੀ ਤਾਦਾਦ ਵਿੱਚ ਬੱਚੇ ਉੱਥੇ ਜਾ ਕੇ ਪੇਪਰ ਦਿੰਦੇ ਨੇ, ਪਰ ਉਹ ਰੱਖਦੇ ਥੋੜਿਆਂ ਨੂੰ ਨੇ। ਉਹ ਵੀ ਸਾਰਿਆਂ ਵਿੱਚੋਂ ਚੁਣ ਕੇ ਕਿਹੜੇ ਇਸ ਪਦਵੀ ਦੇ ਯੋਗ ਹਨ। ਇਸੇ ਤਰ੍ਹਾਂ ਵਾਹਿਗੁਰੂ ਪਰਮਾਤਮਾ ਵੱਲੋਂ ਵੀ ਚੁਣਿਆ ਜਾਂਦਾ ਹੈ। ਜਗ ਮੈਂ ਉੱਤਮ ਕਾਢੀ ਹੈ ਵਿਰਲੇ ਕਈ ਕੇ, ਸੰਸਾਰ ਦੇ ਵਿੱਚ ਉਹ ਵਾਹਿਗੁਰੂ ਵੱਲੋਂ ਉਹਨਾਂ ਨੂੰ ਉੱਤਮ ਜਿਹੜੇ ਕਾਢੀ ਹੈ ਭਾਵ ਚੁਣ ਲਏ ਜਾਂਦੇ ਨੇ, ਉਹ ਵਿਰਲੇ ਹਨ, ਬਹੁਤੇ ਨਹੀਂ ਹਨ। ਮਹਾਰਾਜ ਬਾਣੀ ਵਿੱਚ ਕਹਿੰਦੇ ਨੇ, ਹੈਣ ਵਿਰਲੇ ਨਾਹੀ ਘਣੇ ਫੈਲ ਫੱਕੜ ਸੰਸਾਰ। ਹੈ ਤਾਂ ਬੜੇ ਉਸ ਤਰ੍ਹਾਂ ਦੀ ਕਿਰਿਆ ਨੂੰ ਕਰਨ ਵਾਲੇ ਨੇ, ਕਰਮ ਨੂੰ ਕਰਨ ਵਾਲੇ ਨੇ, ਪਰ ਉਹ ਮਹਾਰਾਜ ਕਹਿੰਦੇ ਹੈਨ ਵਿਰਲੇ ਨਾ ਹੀ ਘਣੇ, ਘਣੇ ਨਹੀਂ, ਬਹੁਤੇ ਨਹੀਂ ਹਨ, ਭਾਵੇਂ ਕਰਦੇ ਬਹੁਤ ਨੇ।
ਪਾਠੀ ਪਾਠ ਕਰਨ ਵਾਲੇ ਪਤਾ ਨਹੀਂ ਕਿੰਨੇ ਕੁ ਪਾਠੀ ਨੇ, ਕੀਰਤਨ ਕਰਨ ਵਾਲੇ ਪਤਾ ਨਹੀਂ ਕਿੰਨੇ ਕੁ ਰਾਗੀ ਨੇ, ਕਥਾ ਕਰਨ ਵਾਲੇ ਪਤਾ ਨਹੀਂ ਕਿੰਨੇ ਕੁ ਕਥਾਵਾਚਕ ਨੇ, ਸਰੋਤੇ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਨੇ ਜਿਹੜੇ ਸੁਣਦੇ ਨੇ ਰੋਜ਼ ਹੀ। ਪਰ ਉਹਨਾਂ ਵਿੱਚੋਂ ਵੀ ਕੋਈ ਵਿਰਲੇ ਨੇ ਜਿਹੜੇ ਅੰਦਰੋਂ ਪੂਰੇ ਜੁੜੇ ਹੁੰਦੇ ਨੇ। ਨਹੀਂ ਤੇ ਕਈਆਂ ਨੇ ਤਾਂ ਸੁਣਨ ਵਾਲਿਆਂ ਨੇ ਵੀ ਕੰਨਾਂ ਦੇ ਰਸ ਤੱਕ ਗੱਲ ਰੱਖੀ ਹੁੰਦੀ ਹੈ, ਤੇ ਕਰਨ ਵਾਲਿਆਂ ਦਾ ਵੀ ਇੱਥੋਂ ਤੱਕ ਹੈ। ਸਾਡਾ ਵੀ ਇਹੀ ਹਾਲ ਹੈ ਵੀ ਚਲੋ ਆਪਣੀ ਡਿਊਟੀ ਇੰਨਾ ਕੁ ਕਰ ਲਿਆ, ਬਹੁਤ ਹੈ, ਅੱਗੇ ਬਹੁਤੀ ਕੁਝ ਪ੍ਰਾਪਤੀ ਨਹੀਂ, ਖੋਜ ਨਹੀਂ। ਤੋ ਮਹਾਰਾਜ ਕਹਿੰਦੇ ਉਹ ਵਿਰਲੇ ਨੇ, ਚੁਣ ਲਏ ਜਾਂਦੇ ਨੇ ਸੱਚੇ ਵਾਹਿਗੁਰੂ ਵੱਲੋਂ, ਉਹ ਵਿਰਲੇ ਹਨ। ਮਹੱਲਾ ਪੰਜਵਾਂ। ਰੱਖੇ ਰੱਖਣਹਾਰ ਆਪ ਵਾਰਿਆਨ। ਵਾਹਿਗੁਰੂ ਪਰਮਾਤਮਾ ਰੱਖੇ ਰੱਖਣਹਾਰ ਆਪ ਵਾਰਿਆਨ। ਉਹ ਰੱਖਣਹਾਰਾ ਵਾਹਿਗੁਰੂ ਆਪ ਉਹਨਾਂ ਗੁਰਮੁਖਾਂ ਨੂੰ ਸੰਸਾਰ ਦੇ ਵਿਸ਼ੇ ਵਿਕਾਰਾਂ ਤੋਂ ਬਚਾ ਲੈਂਦਾ ਹੈ, ਮਾੜੀਆਂ ਅਲਾਮਤਾਂ ਤੋਂ ਬਚਾ ਲੈਂਦਾ ਹੈ। ਜਿਵੇਂ ਕੋਈ ਅਫਸਰ ਬਣ ਗਿਆ ਨਾ ਸਰਕਾਰ ਦਾ, ਸਰਕਾਰ ਫਿਰ ਉਹਨੂੰ ਬੋਡੀਗਾਰਡ ਦੇ ਦਿੰਦੀ ਹੈ, ਉਹਨੂੰ ਗੱਡੀ ਉਸ ਤਰ੍ਹਾਂ ਦੀ ਦੇ ਦਿੰਦੀ, ਸਾਰੀਆਂ ਸਹੂਲਤਾਂ ਵੀ ਤੇਰਾ ਕੋਈ ਨੁਕਸਾਨ ਨਾ ਕਰ ਸਕੇ। 5 7 10 20 ਬੋਡੀਗਾਰਡ ਦੇ ਦਿੰਦੀ ਸਰਕਾਰ ਉਹਨੂੰ, ਕੋਈ ਵਧੀਆ ਸੁਰੱਖਿਆ ਦੇ ਦਿੰਦੀ ਵੀ ਤੇਰੇ ਨੇੜੇ ਕੋਈ ਆ ਨਾ ਸਕੇ, ਕੋਈ ਤੈਨੂੰ ਕੁਝ ਨੁਕਸਾਨ ਨਾ ਪਹੁੰਚਾ ਸਕੇ। ਇਸੇ ਜਦ ਕੋਈ ਨਾਮ ਜਪਦਾ ਹੈ, ਬੰਦਗੀ ਕਰਦਾ ਹੈ, ਫਿਰ ਉਹ ਰੱਖਣ ਵਾਲਾ ਵਾਹਿਗੁਰੂ ਪਰਮਾਤਮਾ ਆਪ ਉਬਾਰੇਨ, ਆਪ ਬਚਾ ਲੈਂਦਾ ਹੈ। ਜਿਵੇਂ ਭਾਈ ਜੋਗੇ ਦਾ ਜ਼ਿਕਰ ਆਉਂਦਾ ਹੈ, ਭਾਈ ਜੋਗਾ ਸਿੰਘ ਦਸਮ ਪਾਤਸ਼ਾਹ ਜੀ ਦੇ ਸਮੇਂ ਦੀ ਇੱਕ ਕਥਾ ਹੈ ਕਿ ਉਹ ਹੁਸ਼ਿਆਰਪੁਰ ਦੇ ਇਸ ਇਲਾਕੇ ਇੱਧਰ ਦਾ ਰਹਿਣ ਵਾਲਾ ਸੀਗਾ। ਕਾਬਲ ਕੰਧਾਰ ਦਾ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਕੋਲ ਆਇਆ, ਬਚਪਨ ਦੇ ਵਿੱਚ ਆਇਆ ਸੀ, ਤੇ ਮਹਾਰਾਜ ਨੇ ਪੁੱਛਿਆ, ਉਹਦੇ ਬੱਚੇ ਦੇ ਸੁਭਾਅ ਨੂੰ ਵੇਖ ਕੇ, ਉਹਦੀ ਜਿਹੜੀ ਹੈ ਗੁਰੂ ਪ੍ਰਤੀ ਸ਼ਰਧਾ ਭਾਵਨਾ ਦੇਖ ਕੇ ਪੁੱਛਿਆ, ਤੂੰ ਕਿਹਦੇ ਜੋਗਾ ਹੈ? ਕਹਿੰਦਾ ਮਹਾਰਾਜ ਮੈਂ ਤੁਹਾਡੇ ਜੋਗਾ ਹਾਂ। ਨਾ ਪੁੱਛਿਆ ਨਾ ਕੀ? ਕਹਿੰਦੇ ਮੇਰਾ ਨਾਂ ਜੋਗਾ ਹੈ। ਤੇ ਮਹਾਰਾਜ ਕਹਿੰਦੇ ਕਿਹਦਾ ਜੋਗਾ ਹੈ? ਕਹਿੰਦੇ ਤੁਹਾਡੇ ਜੋਗਾ ਜੀ। ਮਹਾਰਾਜ ਕਹਿੰਦੇ ਚੰਗਾ, ਫਿਰ ਸਾਡੇ ਜੋਗਾ, ਅਸੀਂ ਤੇਰੇ ਜੋਗੇ ਹੋ ਗਏ। ਤੇ ਜਦੋਂ ਪਰਚਾ ਪਾਇਆ ਤੇ ਉਹ ਜਦੋਂ ਵਿਆਹ ਵੀ ਵਿੱਚੇ ਛੱਡ ਕੇ ਹੁਸ਼ਿਆਰਪੁਰ ਦੇ ਕੋਲ ਆਇਆ, ਤੇ ਉੱਥੇ ਕਿਤੇ ਮਨ ਡੋਲ ਗਿਆ ਥੋੜ੍ਹਾ ਜਿਹਾ। ਤੇ ਹੁਣ ਮਹਾਰਾਜ ਦਾ ਤਾਂ ਬਚਨ ਹੋਇਆ ਸੀ ਅਸੀਂ ਤੇਰੇ ਜੋਗੇ ਹਾਂ, ਭਾਵ ਤੇਰੇ ਨਾਲ ਹਾਂ। ਉੱਥੇ ਫਿਰ ਮਹਾਰਾਜ ਨੇ ਉਹਦੀ ਰੱਖਿਆ ਕੀਤੀ। ਰੱਖੇ ਰੱਖਣਹਾਰ ਆਪ ਉਭਾਰੇਨ। ਆਪ ਫਿਰ ਉੱਥੇ ਪਹੁੰਚ ਜਾਂਦਾ ਹੈ ਰੱਖਿਆ ਕਰਨ ਵਾਸਤੇ। ਕੋਈ ਉਹਦਾ ਬਣ ਜਾਵੇ ਸਹੀ, ਗਲਤੀ ਤਾਂ ਵੱਡਿਆਂ ਵੱਡਿਆਂ ਕੋਲ ਹੋ ਜਾਂਦੀ ਹੈ, ਭਾਵੇਂ ਕੋਈ ਕਿੰਨਾ ਪੜ੍ਹਿਆ ਲਿਖਿਆ ਹੋਵੇ, ਕੁਝ ਵੀ ਹੋਵੇ, ਪਰ ਉਹ ਵਾਹਿਗੁਰੂ ਪਰਮਾਤਮਾ ਆਪ ਬਚਾ ਲੈਂਦਾ ਹੈ। ਗੁਰ ਕੀ ਪੈਰੀ ਪਾਏ ਕਾਜ ਸਵਾਰਿਆਨ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਗੁਰ ਕੀ ਪੈਰੀ ਪਾਏ, ਵਾਹਿਗੁਰੂ ਆਪਣੇ ਪਿਆਰਿਆਂ ਨੂੰ ਗੁਰੂ ਦੇ ਪੈਰੀ ਪਾ ਦਿੰਦਾ, ਭਾਵ ਗੁਰੂ ਨਾਲ ਜੋੜ ਕੇ ਰੱਖਦਾ ਹੈ। ਔਰ ਇਸ ਤਰ੍ਹਾਂ ਜਿਹੜੇ ਅਧਿਆਤਮਕ ਦੇ ਰੂਹਾਨੀ ਕਾਰਜ ਨੇ, ਵਾ ਸਾਰੇ ਹੀ ਕਾਰਜ ਸੰਸਾਰ ਦੇ, ਲੋਕ ਦੇ, ਪਰਲੋਕ ਦੇ, ਉਹ ਸਵਾਰ ਦਿੰਦਾ ਹੈ। ਹੋਆ ਆਪ ਦਿਆਲ ਮਨੋ ਨਾ ਵਿਸਾਰਿਆਨ। ਵਾਹਿਗੁਰੂ ਆਪ ਦਿਆਲੂ ਹੋ ਜਾਂਦਾ ਹੈ, ਤੇ ਫਿਰ ਹੁਣ ਵਾਹਿਗੁਰੂ ਪਰਮਾਤਮਾ ਉਹਦੇ ਮਨ ਤੋਂ ਕਦੇ ਵਿਸਰਦਾ ਨਹੀਂ ਹੈ। ਹੋਆ ਆਪ ਦਿਆਲ ਮਨੋ ਨਾ ਵਿਸਾਰਿਆਨ। ਜਦੋਂ ਵਾਹਿਗੁਰੂ ਪਰਮਾਤਮਾ ਨੂੰ ਕੋਈ ਭਾ ਗਿਆ ਨਾ, ਤੇ ਵਾਹਿਗੁਰੂ ਆਪ ਬਖਸ਼ਿਸ਼ ਕਰਕੇ ਉਹਦੇ ਤੋਂ ਆਪਣੀ ਭਗਤੀ ਕਰਾ ਲੈਂਦਾ, ਉਹਨੂੰ ਕਦੇ ਭੁੱਲਦਾ ਹੀ ਨਹੀਂ ਹੈ। ਤਾਂ ਹੀ ਤੇ ਪੰਚਮ ਪਾਤਸ਼ਾਹ ਕਹਿੰਦੇ ਹਉ ਕੁਰਬਾਨ ਜਾਈ ਤੇਰੇ ਨਾਵੇਂ, ਜਿਸ ਨੂੰ ਬਖਸ਼ ਲਹਿ ਮੇਰੇ ਪਿਆਰੇ ਸੋ ਜਸ ਤੇਰਾ ਗਾਵੈ। ਜਿਹਨੂੰ ਤੂੰ ਬਖਸ਼ ਲੈ, ਅਸਲ ਵਿੱਚ ਜਸ ਤੇਰਾ ਉਹੀ ਗਾਉਂਦਾ ਹੈ। ਸਾਧ ਜਨਾ ਕੈ ਸੰਗ ਭਵਜਲ ਤਾਰਿਆਨ। ਗੁਰੂ ਦਾ ਸੰਗ ਕਰਨ ਵਾਲਿਆਂ ਨੂੰ ਭਵਜਲ ਤੋਂ ਤਾਰ ਦਿੰਦਾ ਹੈ। ਵਾਹਿਗੁਰੂ ਨੇ ਐਸੀ ਮਰਿਆਦਾ ਬਣਾਈ ਹੈ, ਸਾਧ ਜਨਾ ਕੈ ਸੰਗ ਭਵਜਲ ਤਾਰਿਆਨ। ਵਾ ਸਾਧੂਆਂ ਦੀ ਸੰਗਤ ਕਰਨ ਵਾਲੇ। ਸਾਧੂ ਜਿਹੜਾ ਸ਼ਬਦ ਹੈ, ਇਹਦੀ ਵਿਆਖਿਆ ਭਾਈ ਗੁਰਦਾਸ ਜੀ ਨੇ ਲਿਖੀ। ਸਾਧੂ ਕਿਹਨੂੰ ਕਿਹਾ ਗਿਆ ਹੈ?
ਆਪਾਂ ਸਾਧੂ ਕਿਹਨੂੰ ਕਹਿੰਦੇ ਆ ਵੀ ਜਿਹਨੇ ਭਗਵੇਂ ਰੰਗ ਦਾ ਜਾਂ ਚਿੱਟੇ ਰੰਗ ਦਾ ਕਿਸੇ ਰੰਗ ਦਾ ਚੋਲਾ ਪਾਇਆ ਹੋਇਆ ਹੈ ਜਾਂ ਕੋਈ ਇਸ ਤਰ੍ਹਾਂ ਦਾ ਭੇਖ ਪਾਇਆ ਹੋਇਆ ਹੈ, ਆਪਾਂ ਕਹਿੰਦੇ ਆ ਇਹ ਸਾਧੂ ਹੈ। ਭਾਈ ਗੁਰਦਾਸ ਜੀ ਕਹਿੰਦੇ 9 ਦੁਆਰੇ ਸਾਧ ਸਾਧ ਕਹਾਇਆ। ਇਹ 9 ਦੁਆਰਿਆਂ ਨੂੰ ਸਾਧਿਆ ਹੋਇਆ ਉਹਨੂੰ ਸਾਧੂ ਕਿਹਾ ਗਿਆ। ਅੱਖਾਂ ਮਾੜਾ ਵੇਖਦੀਆਂ ਨਹੀਂ, ਅੱਖਾਂ ਕਿਸੇ ਧੀ ਭੈਣ ਦੇ ਰੂਪ ਵੱਲ ਵੇਖ ਕੇ ਗਲਾਨੀ ਨਹੀਂ ਪੈਦਾ ਕਰਦੀਆਂ। ਕਿਸੇ ਦੀ ਪ੍ਰੋਪਰਟੀ, ਕਿਸੇ ਦੀ ਕੋਠੀ ਵੇਖ ਲਈ, ਕਿਸੇ ਦੀ ਗੱਡੀ ਵੇਖ ਲਈ, ਵੇਖਦੀਆਂ ਤਾਂ ਅੱਖਾਂ ਹੀ ਨੇ। 90% ਮੈਲ ਅੱਖਾਂ ਰਾਹੀਂ ਸਾਡੇ ਅੰਦਰ ਜਾਂਦੀ ਹੈ ਵਿਸ਼ੇ ਵਿਕਾਰਾਂ ਦੀ ਮਾੜੀ, ਕਿਉਂਕਿ ਅੱਖਾਂ ਵੇਖਦੀਆਂ ਨੇ। ਉਹਨਾਂ ਨੇ ਆਪਣੀ ਅੱਖਾਂ ਨੂੰ ਵੀ ਸਾਧਿਆ ਹੋਇਆ ਹੈ, ਉਹਨਾਂ ਨੇ ਆਪਣੀ ਰਸਨਾ ਨੂੰ ਵੀ ਸਾਧਿਆ ਹੋਇਆ ਹੈ। ਆਪਾਂ ਰਸਤੇ ਵਿੱਚ ਖੜ ਗਏ ਜਾਂ ਕਿਤੇ ਰਿਸ਼ਤੇਦਾਰ ਕੋਲ ਗਏ, ਉੱਥੇ ਵੀ ਗਏ ਬਸ ਗੱਪਾਂ ਮਾਰੀ ਗਏ, ਨਿੰਦਿਆ ਚੁਗਲੀ, ਉਹ ਰਿਸ਼ਤੇਦਾਰ ਮਾੜਾ, ਉਹ ਭੈਣ ਮਾੜੀ ਹੈ, ਉਹ ਭਰਾ ਮਾੜਾ ਹੈ, ਉਹ ਮਾਂ ਮਾੜੀ, ਉਹ ਪਿਓ ਮਾੜਾ ਹੈ, ਉਹ ਦੋਸਤ ਮਾੜਾ ਹੈ। ਹੋਰ ਨਹੀਂ ਤੇ ਕਹਿੰਦੇ ਆ ਵੀ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਮਾੜੀ ਹੈ, ਹੋਰ ਨਹੀਂ ਤੇ ਗ੍ਰੰਥੀ ਮਾੜਾ ਹੈ, ਰਾਗੀ ਮਾੜਾ ਹੈ। ਸਾਰੇ ਬਸ ਆਪਣੇ ਬੇਮਤਲਬ ਹੀ ਆਪਾਂ ਨਿੰਦਿਆ ਕਰਕੇ ਭਾਰ ਆਪਣੇ ਤੇ ਪਾ ਲੈਂਦੇ ਹਾਂ ਬਿਨਾਂ ਮਤਲਬ ਤੋਂ ਹੀ। ਰਸਨਾ, ਇਹ ਰਸਨਾ ਨੂੰ ਸਾਧਣਾ ਪਵੇਗਾ, ਇਹਦੀ ਕਿਰਿਆ ਨੂੰ ਰੋਕਣਾ ਪਵੇਗਾ ਇਹਨੂੰ। ਉਹਨਾਂ ਨੇ ਆਪਣੀ ਰਸਨਾ ਨੂੰ ਵੀ ਸਾਧਿਆ ਹੋਇਆ ਹੈ। ਕੰਨਾਂ ਨਾਲ ਆਪਾਂ ਵੇਖੋ, ਜਦੋਂ ਕਿਸੇ ਦੀ ਬਦਖੋਈ ਕੀਤੀ ਜਾ ਰਹੀ ਹੋਵੇ ਨਾ, ਕਿਸੇ ਬਾਰੇ ਮਾੜਾ, ਆਪਣੇ ਕੰਨ ਬੜਾ ਰਸ ਲੈ ਕੇ ਸੁਣਦੇ ਨੇ। ਤੇ ਕਈ ਵਾਰ ਉਹ ਗੱਲ ਆਪਣੇ ਥੋੜ੍ਹੀ ਉਰਾਂ ਭਰਾ ਜੇ ਆਪਾਂ ਕਹਿੰਦੇ ਦੁਬਾਰੇ ਸੁਣਾ ਵੀ ਇਹ ਗੱਲ ਕਿਵੇਂ ਹੋਈ ਹੈ। ਜਿਹੜੀ ਕੋਈ ਮਾੜੀ ਗੱਲ ਹੋ ਜੇ ਨਾ, ਆਪਾਂ ਕਹਿੰਦੇ ਦੁਬਾਰੇ ਸੁਣਾ, ਔਰ ਕੰਨ ਬੜਾ ਰਸ ਲੈ ਕੇ ਸੁਣਦੇ ਨੇ। ਇੰਨਾ ਰਸ ਲੈ ਕਥਾ ਵਿੱਚ ਨਹੀਂ ਆਉਂਦਾ, ਕੀਰਤਨ ਵਿੱਚ, ਕਿਉਂਕਿ ਸਾਡਾ ਧਿਆਨ ਨਹੀਂ ਨਾ, ਗੱਲ ਧਿਆਨ ਦੀ ਹੈ। ਜਦੋਂ ਧਿਆਨ ਜਿਹੜੀ ਚੀਜ਼ ਨਾਲ ਜੁੜ ਗਿਆ ਨਾ, ਮਾੜੀ ਚੀਜ਼ ਨਾਲ ਧਿਆਨ ਜੁੜਿਆ ਹੋਇਆ ਹੈ ਤੇ ਉਹਦਾ ਰਸ ਆਉਂਦਾ ਹੈ, ਫਿਰ ਉਹਨੂੰ ਧਿਆਨ ਨਾਲ ਸੁਣੇਗਾ। ਇਸ ਕਰਕੇ ਪਾਤਸ਼ਾਹ ਜੀ ਫਰਮਾਨ ਕਰਦੇ ਨੇ ਕਿ ਜਿਹੜਾ ਸਾਧੂ ਹੈ ਉਹਦੀ ਨਿਸ਼ਾਨੀ ਕੀ? ਭਾਈ ਗੁਰਦਾਸ ਜੀ ਕਹਿੰਦੇ ਉਹ 9 ਦੁਆਰਾਂ ਨੂੰ ਸਾਧਿਆ ਹੋਇਆ ਹੈ। ਔਰ ਮੁੱਖ ਦੁਆਰਾ ਆਪਾਂ ਖਾਂਦੇ ਹਾਂ, ਉਹ ਵੀ ਬੇਮਤਲਬਾ ਹੀ ਖਾਈ ਜਾਂਦਾ ਮਨੁੱਖ। ਇਹਨੂੰ ਵੀ ਇਸ ਤਰ੍ਹਾਂ ਵੀ ਸਾਧਨਾ ਹੈ। ਇਹਦਾ ਭੋਜਨ ਪਦਾਰਥ ਵੀ ਇਹਨੂੰ ਕੰਟਰੋਲ ਵਿੱਚ ਰੱਖਣਾ। ਇਹ ਰਸਨਾ ਦਾ ਜੀਭਾ ਸਵਾਦ ਦੀ ਮਾਰੀ ਖਾਈ ਜਾਂਦੀ ਹੈ। ਤਾਂ ਇਹ 9 ਦੁਆਰਿਆਂ ਨੂੰ ਸਾਧੂ ਨੇ ਜਿਹਨੇ ਸਾਧਿਆ ਹੋਇਆ, ਅਸਲ ਵਿੱਚ ਉਹ ਸਾਧੂ ਹੈ, ਕੋਈ ਭੇਖ ਬਾਣਾ ਸਾਧੂ ਨਹੀਂ ਹੈ। ਮਹਾਰਾਜ ਕਹਿੰਦੇ ਐਸੇ ਸਾਧੂਆਂ ਦੀ ਸੰਗਤ ਕਰਕੇ ਮਨੁੱਖ ਦਾ ਭਲਾ ਹੋ ਜਾਂਦਾ ਹੈ। ਸਾਧ ਜਨਾ ਕੈ ਸੰਗ ਭਵਜਲ ਤਾਰਿਅਨ। ਕਿਉਂ? ਕੁਦਰਤੀ ਗੱਲ ਹੈ, ਤੁਸੀਂ ਜਿਸ ਬੰਦੇ ਦੇ ਕੋਲ ਰਹਿੰਦੇ ਹੋ ਨਾ, ਨੇੜੇ ਤੇੜੇ, ਉਹ ਬੰਦਾ ਜਿਵੇਂ ਚੱਲਦਾ ਹੈ, ਤੁਸੀਂ ਵੀ ਉਸ ਤਰ੍ਹਾਂ ਦਾ ਉਹ ਜੀਵਨ ਵਿੱਚ ਆਉਣ ਲੱਗ ਜਾਂਦੀ ਚੀਜ਼। ਜੇ ਕੋਈ ਬਾਣੀ ਪੜ੍ਹਦਾ ਤੇ ਆਪਾਂ ਵੀ ਦੋਨੋਂ, ਜੇ ਕੋਈ ਹੋਰ ਗੱਲਾਂ ਕਰਦਾ ਆਪਾਂ ਵੀ ਉਸ ਤਰ੍ਹਾਂ ਦੀ ਕਰਨ ਲੱਗ ਜਾਂਦੇ ਹਾਂ। ਸੰਗਤ ਦੀ ਰੰਗਤ ਹੁੰਦੀ ਹੈ। ਸਾਧੂ ਦੀ ਸੰਗਤ ਕਰਨ ਦੇ ਨਾਲ ਮਹਾਰਾਜ ਕਹਿੰਦੇ ਭਵਜਲ ਤੋਂ ਜੀਵ ਪਾਰ ਹੋ ਜਾਂਦਾ ਹੈ। ਵਾਹਿਗੁਰੂ ਉਹਨਾਂ ਨੂੰ ਪਾਰ ਕਰ ਦਿੰਦਾ, ਕਿਉਂਕਿ ਸੰਗਤ ਕਰਕੇ ਉਹ ਗੁਣ ਆ ਜਾਂਦੇ ਨੇ ਭਗਤੀ ਕਰਨ ਵਾਲੇ। ਸਾਕਤ ਨਿੰਦਕ ਦੁਸ਼ਟ ਖਿਨ ਮਾਏ ਵਿਦਾਰੇਨ। ਸਾਕਤ ਪੁਰਸ਼ ਨਿੰਦਕ ਦੁਸ਼ਟ ਜਿਹੜੇ ਗੁਰਮੁਖਾਂ ਨੂੰ, ਗੁਰਮੁਖਾਂ ਦਾ ਮਾੜਾ ਲੋਚਦੇ ਨੇ, ਫਿਰ ਵਾਹਿਗੁਰੂ ਪਰਮਾਤਮਾ ਆਪ ਉਹਨਾਂ ਨੂੰ ਖਤਮ ਕਰ ਦਿੰਦਾ ਹੈ, ਉਹਨਾਂ ਨੂੰ ਪਿੱਛੇ ਲਾ ਦਿੰਦਾ ਹੈ। ਸਾਕਤ ਨਿੰਦਕ ਦੁਸ਼ਟ ਖਿਨ ਮਾਏ ਵਿਦਾਰਿਆ। ਜਿਵੇਂ ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਹਰਨਾਕਸ਼ ਦੁਸ਼ਟ ਨਿੰਦਿਆ ਵੀ ਕਰਦਾ ਸੀ ਔਰ ਸਾਕਤ ਵੀ ਸੀ, ਉਹਦੇ ਵਿੱਚ ਇਹ ਸਾਰੇ ਔਗਣ ਆਏ ਹੋਏ ਸਨ। ਪਰ ਜਦੋਂ ਰੱਬ ਨੇ ਦੂਰ ਕਰਨਾ, ਇੱਕ ਛਿਨ ਲਾਇਆ, ਉਹਨੂੰ ਦੂਰ ਕਰ ਦਿੱਤਾ। ਇਸੇ ਤਰ੍ਹਾਂ ਹੋਰ ਵੀ ਪ੍ਰਮਾਣ ਆਉਂਦੇ ਹਨ। ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਏ। ਗੁਰਮੁਖਾਂ ਦੇ, ਰੱਬ ਦੇ ਪਿਆਰਿਆਂ ਦੇ ਮਨ ਵਿੱਚ ਕੇਵਲ ਵਾਹਿਗੁਰੂ ਦੀ ਟੇਕ ਹੁੰਦੀ ਹੈ। ਤੇ ਸਾਹਿਬ ਕੀ ਟੇਕ ਨਾਨਕ ਮਨੈ ਮਾਏ। ਜਿਸ ਸਿਮਰ ਸੁਖ ਹੋਏ ਸਗਲੇ ਦੁਖ ਜਾਏ। ਜਿਸ ਵਾਹਿਗੁਰੂ ਦਾ ਨਾਮ ਜਪਣ ਨਾਲ ਸੁਖ ਹੁੰਦਾ ਹੈ, ਸਾਰੇ ਦੁੱਖ ਚਲੇ ਜਾਂਦੇ ਨੇ। ਪੌੜੀ ਅਕੁਲ ਨਿਰੰਜਨ ਪੁਰਖ ਅਗਮ ਅਪਾਰੀ ਹੈ। ਉਹ ਵਾਹਿਗੁਰੂ ਪਰਮਾਤਮਾ
ਅਕੁੱਲ ਹੈ, ਉਹਦੀ ਕੋਈ ਕੁੱਲ ਖਾਸ ਨਹੀਂ ਕਹਿ ਸਕਦੇ। ਜਿਵੇਂ ਕੋਈ ਚੰਦਰਵੰਸ਼ੀ ਹੈ, ਕੋਈ ਸੂਰਯਵੰਸ਼ੀ ਹੈ, ਕੋਈ ਹੋਰ ਆਪਾਂ ਵੀ ਕਹਿ ਸਾਡੀ ਇਹ ਕੁੱਲ ਹੈ। ਮਹਾਰਾਜ ਕਹਿੰਦੇ ਵਾਹਿਗੁਰੂ ਮਾਇਆ ਦੀ ਕਾਲਕ ਤੋਂ ਰਹਿਦਾ ਨਿਰੰਜਨ ਹੈ, ਪੁਰਖ ਸਾਰਿਆਂ ਵਿੱਚ ਪੂਰਿਆ ਹੋਇਆ ਅਗਮ, ਜਿੱਥੇ ਸਾਡੇ ਮਨ ਦੀ ਗਮਤਾ ਨਹੀਂ, ਅਪਾਰੀ ਹੈ, ਜਿਹਦਾ ਕੋਈ ਪਾਰਵਾਰ ਨਹੀਂ ਹੈ। ਸੱਚੋ ਸੱਚਾ ਸੱਚ ਸੱਚ ਨਿਹਾਰੀ ਹੈ, ਉਹ ਵਾਹਿਗੁਰੂ ਸਦੀਵੀ ਕਾਲ ਸੱਚ ਹੈ। ਉਹਨੂੰ ਵੇਖਣਾ ਹੈ ਤੇ ਤੈਨੂੰ ਵੀ ਸੱਚ ਦੇ ਮਾਰਗ 'ਤੇ ਚੱਲਣਾ ਪਵੇਗਾ। ਜੇ ਤੂੰ ਸੱਚ ਦੇ ਮਾਰਗ 'ਤੇ ਚੱਲੇਗਾ ਤੈਨੂੰ ਰੱਬ ਦੇ ਦਰਸ਼ਨ ਹੋ ਜਾਣਗੇ। ਕੂੜ ਨਾ ਜਾਪੈ ਕਿਛ ਤੇਰੀ ਧਾਰੀ ਹੈ। ਜਦੋਂ ਕੋਈ ਵਾਹਿਗੁਰੂ ਵਿੱਚ ਜੁੜ ਜਾਂਦਾ ਹੈ ਫਿਰ ਉਹਨੂੰ ਪਤਾ ਲੱਗ ਜਾਂਦਾ ਹੈ ਸਾਰਾ ਸੰਸਾਰ ਇਹ ਜਗ ਸੱਚੇ ਕੀ ਹੈ ਕੋਠੜੀ, ਕੁਝ ਵੀ ਕੂੜ ਨਹੀਂ, ਸਾਰੇ ਕੁਝ ਨੂੰ ਵਾਹਿਗੁਰੂ ਨੇ ਧਾਰਨ ਕੀਤਾ ਹੋਇਆ ਹੈ। ਸਭਸੈ ਦੇ ਦਾਤਾਰ ਜੋਤ ਜੇਤ ਉਪਾਰੀ ਹੈ, ਸਾਰਿਆਂ ਨੂੰ ਦਾਤਾਂ ਦੇਣ ਵਾਲਾ ਉਹ ਵਾਹਿਗੁਰੂ ਹੈ। ਜਿੰਨੀ ਵੀ ਸ੍ਰਿਸ਼ਟੀ ਉਹਨੇ ਪੈਦਾ ਕੀਤੀ ਹੈ ਸਾਰਿਆਂ ਨੂੰ ਪਾਲਣ ਵਾਲਾ ਉਹੀ ਹੈ। ਇਕਤ ਸੂਤ ਪਰੋਏ ਜੋਤ ਸੰਜਾਰੀ ਹੈ, ਸਾਰਿਆਂ ਨੂੰ ਇੱਕੋ ਸੂਤ ਦੇ ਵਿੱਚ ਆਪਣੇ ਹੁਕਮ ਰੂਪੀ ਸੂਤਰ ਦੇ ਵਿੱਚ ਪਰੋਇਆ ਹੋਇਆ, ਕੋਈ ਵੀ ਉਹਦੇ ਤੋਂ ਬਾਹਰ ਨਹੀਂ ਜਾ ਸਕਦਾ। ਸਾਰਿਆਂ ਦੇ ਵਿੱਚ ਵਾਹਿਗੁਰੂ ਦੀ ਜੋਤ ਇੱਕੋ ਸਮ ਬਰਾਬਰ ਚੱਲ ਰਹੀ ਹੈ। ਕੀੜੀ ਔਰ ਹਸਤੀ ਦੇ ਵਿੱਚ ਭਾਵੇਂ ਆਕਾਰ ਵੱਖੋ ਵੱਖਰਾ ਹੈ। ਜਿਵੇਂ ਦਸਮ ਪਾਤਸ਼ਾਹ ਕਹਿੰਦੇ ਜੀਵੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ। ਹੁਕਮੇ ਭਵਜਲ ਮੰਜ ਹੁਕਮੇ ਤਾਰੀ ਹੈ, ਉਹਦੇ ਹੁਕਮ ਦੇ ਵਿੱਚ ਹੀ ਭਵਜਲ ਹੈ, ਉਹਦੇ ਹੁਕਮ ਦੇ ਵਿੱਚ ਹੀ ਜੀ ਭਵਜਲ ਵਿੱਚ ਜਾ ਡਿੱਗਦੇ ਨੇ, ਉਹਦੇ ਹੁਕਮ ਦੇ ਵਿੱਚ ਹੀ ਤਰਦੇ ਨੇ। ਭਾਵ ਸਾਰੀ ਖੇਡ ਉਹਨੇ ਰਚੀ ਹੋਈ ਹੈ। ਜਦੋਂ ਕੋਈ ਅਭੇਦ ਹੁੰਦਾ ਫਿਰ ਉਹਨੂੰ ਸਾਰੀ ਗੱਲ ਦੀ ਸਮਝ ਆ ਜਾਂਦੀ ਹੈ। ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀ ਹੈ। ਇਹ ਵਾਹਿਗੁਰੂ ਤੈਨੂੰ ਉਹੀ ਧਿਆਉਂਦਾ ਹੈ ਜਿਹਦੇ ਮਸਤਕ ਦੇ ਚੰਗੇ ਭਾਗ ਹਨ। ਤੇਰੀ ਗਤ ਮਿਤ ਲਖੀ ਨਾ ਜਾਏ ਹੋਂ ਤੁਧ ਬਲਿਹਾਰੀ ਹੈ। ਹੇ ਵਾਹਿਗੁਰੂ ਤੇਰੀ ਗਤ ਕਹੀਏ ਅਵਸਥਾ, ਮਿਤ ਕਹੀਏ ਮਰਿਆਦਾ। ਹੇ ਵਾਹਿਗੁਰੂ ਤੇਰੀ ਗਤ ਅਵਸਥਾ ਕੀ ਹੈ? ਅਵਸਥਾ ਤੇ ਆਪਣੇ ਕੋਲ ਨਾਲ ਆਪਣਾ ਕੋਈ ਦੋਸਤ ਬੈਠਾ ਹੋਵੇ, ਆਪਣਾ ਧੀ ਪੁੱਤ ਹੋਵੇ, ਆਪਾਂ ਉਹਦੇ ਅੰਦਰ ਦੀ ਅਵਸਥਾ ਨਹੀਂ ਜਾਣ ਸਕਦੇ। ਰੱਬ ਦੀ ਤਾਂ ਜਾਣਨੀ ਕੀ ਹੈ, ਕਿਸ ਮਰਿਆਦਾ ਨਾਲ ਉਹਨੇ ਸਾਰੇ ਸੰਸਾਰ ਨੂੰ ਚਲਾਇਆ ਹੋਇਆ ਇਹ ਵੀ ਕੋਈ ਨਹੀਂ ਜਾਣ ਸਕਦਾ। ਮਹਾਰਾਜ ਕਹਿੰਦੇ ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਧ ਬਲਿਹਾਰੀ ਹੈ। ਤੇਰੇ ਤੋਂ ਸਦਕੇ ਜਾਈਏ, ਕੁਰਬਾਨ ਜਾਈਏ ਵਾਹਿਗੁਰੂ। ਤੂੰ ਇੰਨਾ ਇਹ ਸੰਸਾਰ ਦਾ ਜਿਹੜਾ ਖੇਲ ਮੰਚ ਰਚਿਆ ਹੋਇਆ ਹੈ। ਇਸ ਤਰ੍ਹਾਂ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਕੀਤਾ ਹੈ। ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ।